ਰਾਸ਼ਟਰਪਤੀ ਟਰੰਪ ਉਹਨਾਂ ਦੇ ਨਾਲ ਤਾਂ ਜੀ ਕਾਫੀ ਟਕੜਕਾ ਲੱਗਿਆ ਹੋਇਆ ਛੋਟੇ ਲੀਡਰਾਂ ਦਾ। ਸ਼ੁਰੂਆਤ ਜਿਹੜੀ ਆ ਉਹ ਹੂਸਟਨ ਦੇ ਪੁਲਿਸ ਚੀਫ ਨੇ ਕੀਤੀ ਸੀਗੀ। ਜੀ ਜੀ ਹੁਣ ਜਿਹੜੀ ਸਿਆਟਲ ਦੀ ਮੇਅਰ ਹੈਗੀ ਹੈ ਜੀ ਉਹਨੇ ਕਹਿ ਦਿੱਤਾ, ਉਹ ਕਹਿੰਦੀ ਵੀ ਜਾ ਕੇ ਆਪਣੇ ਬੰਕਰ ਦੇ ਵਿੱਚ ਲੁਕ ਜਾ, ਤੈਨੂੰ ਸਾਡੇ ਸ਼ਹਿਰ ਦੀ ਫਿਕਰ ਕਰਨੀ। ਸਿਆਟਲ ਦੇ ਵਿੱਚ ਉਹਨਾਂ ਨੇ ਵੀ ਜਿਹੜੇ ਮਿਸਟਰ ਇੰਸਲੀ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਜੀ, ਕਹਿੰਦੇ ਕਿ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਕਿ ਅਸੀਂ ਵਾਸ਼ਿੰਗਟਨ ਸੂਬਾ ਜਿਹੜਾ ਆ ਉਹ ਕਿਵੇਂ ਸਾਂਭਣਾ। ਟਰੰਪ ਹੁਣੀ ਆ ਉਹਨਾਂ ਨੇ ਟਵੀਟ ਕੀਤਾ ਸੀਗਾ ਕਿ ਸਿਆਟਲ ਦੇ ਵਿੱਚ ਜਿਹੜੇ ਮੁਜ਼ਾਹਰਾਕਾਰੀ ਆ ਉਹ ਸੂਤ ਨਹੀਂ ਆ ਰਿਹਾ ਪ੍ਰਸ਼ਾਸਨ ਕੋਲੋਂ। ਕਹਿੰਦੇ ਵੀ ਉਹ ਤਾਂ ਡੋਮੈਸਟਿਕ ਟੈਰੋਰਿਸਟ ਦੇ ਵਾਂਗੂ ਜਿਵੇਂ ਘਰੇਲੂ ਅੱਤਵਾਦੀ ਹੁੰਦੇ ਇਵੇਂ ਬਿਹੇਵ ਕਰਦੇ ਆ, ਇਵੇਂ ਘੁੰਮਦੇ ਫਿਰਦੇ ਆ। ਜਿਹੜੇ ਸਿਆਟਲ ਦੀ ਮੇਅਰ ਆ ਅਤੇ ਜਿਹੜੇ ਆ ਵਾਸ਼ਿੰਗਟਨ ਸੂਬੇ ਦੇ ਗਵਰਨਰ ਨੇ ਜੀ ਉਹ ਫੇਲ ਹੋਏ ਆ ਉਹਨਾਂ ਨੂੰ ਸਾਂਭਣ ਦੇ ਵਿੱਚ। ਉਹ ਕਹਿੰਦੇ ਵੀ ਜਦੋਂ ਟਰੰਪ ਨੇ ਫੋਟੋ ਆਪ ਕੀਤਾ ਚਰਚ ਦੇ ਬਾਹਰ, ਜਿੱਦਣ ਆਪਾਂ ਗੱਲ ਕਰਦੇ ਸੀ ਨਾ ਵੀ ਮੁਜ਼ਾਹਰਾਕਾਰੀਆਂ ਨੇ ਆਉਣਾ ਸੀਗਾ, ਫਿਰ ਉਸ ਤੋਂ ਬਾਅਦ ਟਰੰਪ ਨੇ ਭਲਵਾਨੀ ਜਿਹੜੀ ਦਿੱਤੀ, ਬਾਹਰ ਨਿਕਲ ਕੇ ਚਰਚ ਦੇ ਮੂਹਰੇ ਖੜ੍ਹ ਕੇ ਬਾਈਬਲ ਫੜ ਕੇ ਫੋਟੋ ਖਿਚਾਈ। ਅਤੇ ਉਸ ਫੋਟੋ ਦੇ ਵਿੱਚ ਉਸ ਸ਼ੋਅ ਦੇ ਵਿੱਚ ਜਿਹੜੇ ਜਨਰਲ ਮਾਰਕ ਮਿਲੀ ਉਹ ਵੀ ਸ਼ਾਮਲ ਸੀਗੀ। ਜਦੋਂ ਉਹ ਫੋਟੋਆਂ ਆਈਆਂ ਸਾਹਮਣੇ ਤਾਂ ਕਹਿੰਦੇ ਵੀ ਮੈਂ ਮਹਿਸੂਸ ਕਰਦਾ ਕਿ ਮੇਰੇ ਤੋਂ ਗਲਤੀ ਹੋਈ, ਕਿ ਮੈਨੂੰ ਉਸ ਫੋਟੋ ਸ਼ੂਟ ਦੇ ਵਿੱਚ ਜਾਣਾ ਨਹੀਂ ਚਾਹੀਦਾ। ਯੂਐਨ ਨੇ ਭੁੱਖਮਰੀ ਦੀ ਚੇਤਾਵਨੀ ਦਿੱਤੀ ਹੈ ਵੀ ਮਾਰੋ ਮਾਰ ਹੋ ਸਕਦੀ ਹੈ। ਯੂਐਨ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਤਕਰੀਬਨ 5 ਕਰੋੜ ਲੋਕ ਜਿਹੜੇ ਹੋਰ ਉਹ ਗਰੀਬੀ ਰੇਖਾ ਤੋਂ ਹੇਠਾਂ ਜਾ ਕੇ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ। 14 ਕਰੋੜ ਦੇ ਕਰੀਬ ਬੱਚੇ ਇਹੋ ਜਿਹੇ ਆ ਜਿਨ੍ਹਾਂ ਦਾ ਵਿਕਾਸ ਨਹੀਂ ਇਸ ਕਰਕੇ ਹੋ ਰਿਹਾ ਕਿ ਉਹਨਾਂ ਨੂੰ ਪ੍ਰੋਪਰ ਜਿਹੜਾ ਫੂਡ ਨਹੀਂ। ਅਤੇ ਕਰੋਨਾ ਦੇ ਕਰਕੇ ਜਿਹੜਾ ਇਹ ਨਵੀਂ ਭੁੱਖਮਰੀ ਪੈਦਾ ਹੋਈ ਆ, 5 ਕਰੋੜ ਲੋਕ ਹੋਰ ਭੁੱਖਮਰੀ ਦੇ ਵਿੱਚ ਜਾ ਸਕਦੇ, ਇਹਦਾ ਆਪਣਾ ਇਲਾਜ ਕਰੀਏ। 11 ਜੂਨ ਦਿਨ ਸ਼ੁੱਕਰਵਾਰ ਦੋਸਤੋ ਲੈ ਕੇ ਹਾਜ਼ਰ ਹਾਂ ਦਾ ਸਹੋਤਾ ਐਂਡ ਸਹੋਤਾ ਸ਼ੋਅ। ਅੱਜ ਦੇ ਇਸ ਸ਼ੋਅ ਵਿੱਚ ਕੁਛ ਗੱਲਾਂ ਬਾਤਾਂ ਨਸਲਵਾਦ ਬਾਰੇ। ਅਮਰੀਕਾ ਦੇ ਵਿੱਚ ਸ਼ੁਰੂ ਹੋਏ ਪ੍ਰੋਟੈਸਟ ਪੂਰੀ ਦੁਨੀਆ ਦੇ ਵਿੱਚ ਫੈਲੇ। ਹੁਣ ਕੈਨੇਡਾ ਦੇ ਵਿੱਚ ਵੀ ਨਸਲਵਾਦ ਦਾ ਮੁੱਦਾ ਕਾਫੀ ਜ਼ੋਰ ਫੜ ਰਿਹਾ। ਵੱਖ-ਵੱਖ ਥਾਵਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਸਟੈਚੂ ਲੱਗੇ ਆ ਉਹਨਾਂ ਦੇ ਉੱਤੇ ਸਵਾਲ ਉੱਠ ਰਹੇ ਆ ਕਿ ਇਹਨਾਂ ਨੂੰ ਹਟਾਇਆ ਜਾਣਾ ਚਾਹੀਦਾ, ਜਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਟੀਸ਼ਨ ਸਾਈਨ ਹੋ ਰਹੀਆਂ। ਕੁਝ ਥਾਵਾਂ ਦੇ ਉੱਤੇ ਇਹਨਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਬਾਰੇ ਗੱਲਬਾਤ ਕਰਾਂਗੇ। ਰਾਸ਼ਟਰਪਤੀ ਟਰੰਪ ਦੀ ਬਹੁਤ ਸਾਰੇ ਥਾਵਾਂ ਤੋਂ ਆਲੋਚਨਾ ਹੋ ਰਹੀ ਹੈ ਅਮਰੀਕਾ ਦੇ ਵਿੱਚ, ਉਹ ਕੀ ਮਾਮਲਾ ਆ। ਔਰ ਦੋਸਤੋ ਕੁਝ ਖਬਰਾਂ ਪੰਜਾਬ ਦੀਆਂ। ਸ਼ੋਅ ਸ਼ੁਰੂ ਕਰਦੇ ਹਾਂ ਦਾ ਸਹੋਤਾ ਐਂਡ ਸਹੋਤਾ ਸ਼ੋਅ, ਗੱਲ ਜ਼ਰਾ ਹਟ ਕੇ। ਗੋਪੀ ਸਿੰਘ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਸਕਰਨ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਨਾਲੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਹਮੇਸ਼ਾ ਦੀ ਤਰ੍ਹਾਂ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਸਥਿਤ ਦਸਾਂਝ ਕਲਾਂ ਵਾਲੇ ਸੁਨਿਆਰਿਆਂ ਦੀ ਮਸ਼ਹੂਰ ਦੁਕਾਨ ਮਹਿੰਦਰਾ ਜੂਲਰਸ ਵੱਲੋਂ ਇਹ ਪ੍ਰੋਗਰਾਮ ਸਪਾਂਸਰ ਕੀਤਾ ਜਾਂਦਾ। ਗਹਿਣੇ ਤੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਇਹਨਾਂ ਦੀ ਖਾਸੀਅਤ ਹੈ ਜੋ ਬਾਜ਼ਾਰ 'ਚ ਹੋਰ ਕਿਤੇ ਨਹੀਂ ਮਿਲਦਾ। ਅੱਖੀਂ ਵੇਖਣ ਲਈ ਇਹਨਾਂ ਦੇ ਸ਼ੋਅਰੂਮ 'ਤੇ ਪਹੁੰਚੋ। ਯੂਨਿਟ 332 8128 128 ਸਟਰੀਟ ਸਰੀ। ਦੁਕਾਨ ਦਾ ਫੋਨ 604 543 9900। ਜੇ WhatsApp ਦੇ ਉੱਤੇ ਵੀਡੀਓ ਕਾਲ ਕਰਕੇ ਦੁਨੀਆ ਦੇ ਵਿੱਚ ਕਿਤੇੋਂ ਵੀ ਔਨਲਾਈਨ ਗਹਿਣੇ ਦੇਖਣੇ ਹੋਣ ਜਾਂ ਖਰੀਦਣੇ ਹੋਣ ਤਾਂ ਇਹਨਾਂ ਦਾ ਨੰਬਰ ਸੇਵ ਕਰ ਲਓ 604 916 1010। ਗਹਿਣੇ ਜਿਹੜੇ ਔਨਲਾਈਨ ਤੁਸੀਂ ਦੇਖੋ, ਖਰੀਦੋ, ਇਹ ਤੁਹਾਨੂੰ ਹਰੇਕ ਥਾਂ ਸ਼ਿਪ ਕਰ ਸਕਦੇ ਆ ਮਹਿੰਦਰਾ ਜੂਲਰਸ। ਜੀ ਗੁਰਪ੍ਰੀਤ ਸਿੰਘ ਜੀ, ਅਸੀਂ ਨਸਲਵਾਦ ਦੀ ਗੱਲ ਕੀਤੀ ਸੀ। ਅਮਰੀਕਾ ਦੇ ਵਿੱਚੋਂ ਗੱਲਬਾਤ ਸ਼ੁਰੂ ਹੋਈ, ਪੂਰੀ ਦੁਨੀਆ ਦੇ ਵਿੱਚ ਫੈਲੀ। ਇੱਥੇ ਅਸੀਂ ਸੁਣਦੇ ਆਏ ਸੀ ਕਿ ਸ਼ੁਰੂ ਦੇ ਵਿੱਚ ਜਿਹੜੇ ਬਜ਼ੁਰਗ ਆਏ ਸੀ ਉਹਨਾਂ ਨੂੰ ਨਸਲਵਾਦ ਦਾ ਵੱਡਾ ਸਾਹਮਣਾ ਕਰਨਾ ਪਿਆ। ਹੁਣ ਇਹ ਨਸਲਵਾਦ ਦੀ ਜਿਹੜੀ ਸਮੱਸਿਆ ਆ, ਇਹ ਮਸਲਾ ਆ, ਇਹ ਕੈਨੇਡਾ ਦੇ ਵਿੱਚ ਵੀ ਕਾਫੀ ਗਰਮ ਹੋ ਰਿਹਾ। ਜਿਹੜੀ ਜਾਰਜ ਫਲੋਇਡ ਦੀ ਜਿਹੜੀ ਮੌਤ ਹੋਈ ਹੈ ਜੀ, ਉਹਦਾ ਕਤਲ ਹੋਇਆ, ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਮੁਜ਼ਾਹਰੇ ਹੋਏ ਆ, ਉਹਨੇ ਇੱਕ ਵਾਰੀ ਇਹ ਚਰਚਾ ਫਿਰ ਜਿਹੜੀ ਦੁਨੀਆ ਦੇ ਵਿੱਚ ਕਰਮਾ ਦਿੱਤੀ ਕਿ ਥਾਂ ਥਾਂ ਦੇ ਉੱਤੇ ਨਸਲਵਾਦ ਜਿਹੜਾ ਆ ਉਹ ਪਨਪਿਆ। ਇਹ ਵਿਤਕਰੇਬਾਜ਼ੀ ਜਿਹੜੀ ਆ ਉਹਦੇ ਵਿੱਚੋਂ ਬਹੁਤ ਸਾਰੀਆਂ ਕੌਮਾਂ ਨੂੰ ਲੰਘਣਾ ਪਿਆ। ਕਈਆਂ ਦੇ ਤਾਂ ਘਰ ਘਾਟ ਜਿਹੜੇ ਰਾਜ ਭਾਗ ਆ ਉਹ ਵੀ ਇਹਦੇ ਵਿੱਚ ਜਾਂਦੇ ਲੱਗੇ ਜੀ। ਆਪਾਂ ਗੱਲ ਕਰ ਲਈਏ ਭਾਰਤੀ ਮੂਲ ਨਿਵਾਸੀਆਂ ਦੀ, ਆਸਟ੍ਰੇਲੀਅਨ ਮੂਲ ਨਿਵਾਸੀਆਂ ਦੀ, ਜਾਂ ਨਿਊਜ਼ੀਲੈਂਡ ਦਿਆਂ ਦੀ, ਜਾਂ ਕੈਨੇਡਾ ਦਿਆਂ ਦੀ, ਜਾਂ ਅਮਰੀਕਾ ਦਿਆਂ ਦੀ, ਤਾਂ ਬਹੁਤ ਜਿਹੜਾ ਧੱਕਾ ਉਹਨਾਂ ਨੂੰ ਸਹਿਣਾ ਪਿਆ। ਅਤੇ ਉਹ ਹੁਣ ਗੱਲ ਹੈ ਉੱਭਰ ਕੇ ਸਾਹਮਣੇ ਆ ਰਹੀ ਹੈ ਜੀ ਵਾਰ-ਵਾਰ ਵੀ ਆਪਾਂ ਜਿਹੜੀ ਮੌਜੂਦਾ ਨਸਲਵਾਦ ਆ, ਮੌਜੂਦਾ ਵਿਤਕਰੇਬਾਜ਼ੀ ਆ, ਇਹਦੀ ਗੱਲ ਕਰ ਰਹੇ ਹਾਂ। ਇਹਦੀਆਂ ਜੜ੍ਹਾਂ ਕਿਤੇ ਹੋ ਰਿਹਾ ਜਿੰਨਾ ਚਿਰ ਆਪਾਂ ਉੱਥੋਂ ਰੀਕਨਸਾਈਲ ਨਹੀਂ ਕਰਦੇ ਹੈਗੇ। ਜਿਵੇਂ ਆਪਾਂ ਕਹਿ ਦਿੰਦੇ ਹੁੰਦੇ ਵੀ ਜਿਹੜੀ ਕੋਈ ਵੀ ਸਮੱਸਿਆ ਆ, ਤੁਸੀਂ ਇਹ ਨਹੀਂ ਹੈਗਾ ਵੀ ਉਹਨੂੰ ਝਾੜੂ ਮਾਰ ਕੇ ਤਾਂ ਕਾਰਪੇਟ ਦੇ ਥੱਲੇ ਕਰਕੇ ਕਾਰਪੇਟ ਉੱਪਰ ਵਿਛਾ ਦਿਓ, ਉਹਦੇ ਨਾਲ ਜਿਹੜੀ ਸਮੱਸਿਆ ਦੂਰ ਹੋ ਜਾਣੀ। ਉਹ ਮੁੜ ਕੇ ਕਿਤੇ ਨਾ ਕਿਤੇ ਉਹ ਬਦਬੂ ਮਾਰਨੀ ਉਸ ਗੰਦ ਨੇ। ਜਿੰਨਾ ਚਿਰ ਉਹ ਗੰਦ ਹੂੰਝ ਕੇ ਬਾਹਰ ਨਹੀਂ ਸਿੱਟਿਆ ਜਾਂਦਾ, ਪੂਰੀ ਸਫਾਈ ਨਹੀਂ ਕੀਤੀ ਜਾਂਦੀ, ਉਨਾ ਚਿਰ ਮਸਲੇ ਦਾ ਜਿਹੜਾ ਹੱਲ ਨਹੀਂ ਹੋਣਾ। ਸੋ 17ਵੀਂ 18ਵੀਂ 19ਵੀਂ ਸਦੀ ਤੋਂ ਜਿਹੜਾ ਸ਼ੁਰੂ ਹੋਇਆ ਇਹ ਵਿਤਕਰੇ ਦਾ ਨਸਲਵਾਦ ਦਾ ਜਿਹੜਾ ਭੂਤ ਹੈਗਾ ਜੀ, ਉਹ ਹੁਣ ਪੂਰੀ ਚਰਮ ਸੀਮਾ ਦੇ ਉੱਤੇ ਪਹੁੰਚਿਆ ਹੋਇਆ। ਅਤੇ ਕੈਨੇਡਾ ਦੇ ਵਿੱਚ ਵੀ ਜਿਹੜਾ ਆ ਇਹਦੀ ਗੱਲ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਹੋਣ ਲੱਗੀ ਆ। ਪਹਿਲੀ ਗੱਲ ਤਾਂ ਵੈਨਕੂਵਰ ਦੇ ਵਿੱਚ ਜਾਰਜ ਵੈਨਕੂਵਰ ਦਾ ਬੁੱਤ, ਕੈਪਟਨ ਜਾਰਜ ਵੈਨਕੂਵਰ, ਜਿਨ੍ਹਾਂ ਦੇ ਨਾਂ ਦੇ ਉੱਤੇ
ਵੈਨਕੂਵਰ ਸ਼ਹਿਰ ਦਾ ਨਾਂ ਰੱਖਿਆ ਗਿਆ, ਵੈਨਕੂਵਰ ਆਈਲੈਂਡ ਜਿੱਥੇ ਵਿਕਟੋਰੀਆ ਸਾਡੀ ਰਾਜਧਾਨੀ ਸਥਿਤ ਹੈਗੀ ਆ, ਉਹਦਾ ਨਾਂ ਰੱਖਿਆ ਗਿਆ। ਉਹਨਾਂ ਦੇ ਬੁੱਤ ਦੇ ਉੱਤੇ ਰਾਤੀ ਕਿਸੇ ਨੇ ਪੇਂਟ ਸਿੱਟ ਦਿੱਤਾ ਜੀ। ਉਹ ਪੇਂਟ ਜਿਹੜਾ ਪੁਲਿਸ ਨੇ, ਸਿਟੀ ਨੇ ਹੁਣ ਸਾਫ਼ ਕਰਵਾਇਆ, ਇਨਵੈਸਟੀਗੇਸ਼ਨ ਚੱਲ ਰਹੀ ਹੈ ਸਿੱਟ ਕੇ ਕੌਣ ਗਿਆ, ਪਰ ਸਮਝਿਆ ਜਾ ਰਿਹਾ ਕਿ ਉਹ ਬ੍ਰਿਟਿਸ਼ ਕੈਪਟਨ ਸੀਗੇ ਅਤੇ ਉਹਨਾਂ ਦੇ ਰਾਜ ਦੇ ਵਿੱਚ ਇੱਥੇ ਜਿਹੜੇ ਕੈਨੇਡਾ ਦੇ ਮੂਲ ਵਾਸੀ ਸੀਗੇ ਉਹਨਾਂ ਦੇ ਉੱਤੇ ਧੱਕਾ ਹੋਇਆ। ਜਿਹੜਾ ਵੈਨਕੂਵਰ ਸ਼ਹਿਰ ਉਹਨਾਂ ਦੇ ਨਾਂ ਦੇ ਉੱਤੇ ਰੱਖਿਆ ਗਿਆ, ਤਾਂ ਮਤਲਬ ਉਸ ਤੋਂ ਪਹਿਲਾਂ ਇਸ ਜਗ੍ਹਾ ਦਾ ਨਾਂ ਕੋਈ ਹੋਰ ਸੀ ਜਿਹੜਾ ਕਿ ਮੂਲ ਨਿਵਾਸੀਆਂ ਦੇ ਨਾਂ ਦੇ ਉੱਤੇ ਸੀਗਾ। ਅਤੇ ਇਸ ਕਰਕੇ ਜਿਹੜਾ ਆ ਉਹ ਕਿਤੇ ਨਾ ਕਿਤੇ ਉਹ ਗੱਲਾਂ ਹੁਣ ਬਾਹਰ ਉੱਭਰ ਕੇ ਆ ਰਹੀਆਂ ਆ। ਅਤੇ ਇਸੇ ਤਰ੍ਹਾਂ ਦੀ ਗੱਲ ਜਿਹੜੀ ਹੁਣ ਇਹ ਚੱਲਦੀ ਕਿ ਜਿਹੜੀ ਪੁਲਿਸ ਹੈਗੀ ਆ ਉਹ ਇਕੱਲੇ ਅਮਰੀਕਾ ਦੇ ਵਿੱਚ ਹੀ ਨਹੀਂ ਨਸਲਵਾਦੀ ਕਾਰਵਾਈਆਂ ਕਰਦੀ ਜਾਂ ਵਿਤਕਰੇਬਾਜ਼ੀ ਕਰਦੀ, ਪੂਰੀ ਦੁਨੀਆ ਦੇ ਵਿੱਚ ਕਰਦੀ ਹੈ। ਤੁਹਾਡੇ ਰੰਗ ਦੇ ਆਧਾਰ ਦੇ ਉੱਤੇ, ਤੁਹਾਡੇ ਧਰਮ ਦੇ ਆਧਾਰ ਦੇ ਉੱਤੇ ਦੇਖਿਆ ਜਾਂਦਾ ਵੀ ਇਹਦੇ ਨਾਲ ਮੈਂ ਕਿਹੋ ਜਿਹੀ ਕਾਰਵਾਈ ਕਰਨੀ ਆ। ਅਮਰੀਕਨ ਇੱਕ ਯੂਨੀਵਰਸਿਟੀ ਰਿਪੋਰਟ ਸੀਗੀ ਕਿ ਜੇ ਕਿਸੇ ਕਾਲੇ ਨੂੰ ਫੜਨ ਜਾਂਦਾ ਹੁੰਦਾ ਪੁਲਿਸ ਵਾਲਿਆਂ ਨੇ ਤਾਂ ਉਹ ਦਰਜਨ ਤੋਂ ਉੱਪਰ ਜਾਂਦੇ ਆ, ਉਹਨਾਂ ਦਾ ਫੜਨ ਦਾ ਤਰੀਕਾ ਵੀ ਅੱਡ ਹੁੰਦਾ। ਅਤੇ ਜੇ ਕਿਸੇ ਗੋਰੇ ਨੂੰ ਫੜਨ ਜਾਣਾ ਹੁੰਦਾ ਤਾਂ ਉੱਥੇ 2 ਬੰਦੇ ਵੀ ਜਾ ਕੇ ਫੜ ਲਿਆਉਂਦੇ ਆ, ਫੜਨ ਦਾ ਤਰੀਕਾ ਜਿਹੜਾ ਆ ਉਹ ਹੋਰ ਹੁੰਦਾ ਜੀ। ਸੋ ਜਦੋਂ ਇਹ ਗੱਲ ਚੱਲੀ ਤਾਂ ਕੈਨੇਡਾ ਦੇ ਵਿੱਚ ਜਿਹੜੀ ਆ ਉਹ ਪੁਲਿਸ ਫੋਰਸ ਹੈ ਉਹਨਾਂ ਦੇ ਉੱਤੇ ਗੱਲ ਆਈ। ਅਤੇ ਜਿਹੜੇ ਕਮਿਸ਼ਨਰ ਨੇ ਜੀ ਆਪਣੇ RCMP ਦੇ, ਉਹਨਾਂ ਨੇ ਬ੍ਰੈਂਡਾ ਲੱਕੀ ਉਹਨਾਂ ਦਾ ਨਾਂ ਆ ਜੀ, ਉਹ ਕਹਿੰਦੇ ਵੀ ਨਹੀਂ ਮੈਂ ਇਹ ਗੱਲ ਨੂੰ ਮੰਨਦੀ ਨਹੀਂ ਹੈਗੀ ਕਿ ਜਿਹੜੀਆਂ ਕੈਨੇਡੀਅਨ ਪੁਲਿਸ ਫੋਰਸਿਸ ਆ ਜਾਂ RCMP ਆ ਇਹਦੇ ਵਿੱਚ ਨਸਲਵਾਦ ਹੈਗਾ ਜਾਂ ਕੋਈ ਵਿਤਕਰੇ ਵਾਲੀ ਜਿਹੜੀ ਗੱਲ ਹੈ ਇਹਦੇ ਵਿੱਚ ਹੈਗੀ ਆ। ਇਹ ਸਵਾਲ ਮੁੜ ਕੇ ਪ੍ਰਧਾਨ ਮੰਤਰੀ ਨੂੰ ਅੱਜ ਰਿਪੋਰਟਰਾਂ ਨੇ ਪੁੱਛ ਲਿਆ ਓਟਵਾ ਦੇ ਵਿੱਚ ਜੀ। ਉਹ ਕਹਿੰਦੇ ਵੀ ਪੁਲਿਸ ਕਮਿਸ਼ਨਰ ਨੇ ਆਹ ਗੱਲ ਕਹੀ ਆ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ। ਅਤੇ ਫਿਰ ਪ੍ਰਧਾਨ ਮੰਤਰੀ ਨੇ ਵੀ ਇਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਜੀ। ਉਹ ਕਹਿੰਦੇ ਵੀ ਨਹੀਂ, ਕੋਈ ਮੰਨੇ ਚਾਹੇ ਨਾ ਮੰਨੇ, ਨਸਲਵਾਦ ਹੈਗਾ ਆ। ਮੈਂ ਪਹਿਲਾਂ ਵੀ ਕਹਿ ਚੁੱਕਾ ਆ ਵੀ ਤੇ ਰੰਗ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਨਸਲਵਾਦ ਹੁੰਦਾ ਆਇਆ ਆ, ਅਤੇ ਜੇ ਆਪਾਂ ਨਾ ਇਹਦਾ ਕੁਛ ਕੀਤਾ ਤਾਂ ਗਾਂਹ ਵੀ ਹੋਣਾ ਆ। ਉਹ ਕਹਿੰਦੇ ਕੈਨੇਡਾ ਦੀਆਂ ਸਾਰੀਆਂ ਪੁਲਿਸ ਫੋਰਸਿਸ ਇਨਕਲੂਡਿੰਗ RCMP ਉਹਦੇ ਵਿੱਚ ਸਿਸਟੇਮੈਟਿਕ ਜਿਹੜਾ ਰੇਸਿਜ਼ਮ ਆ ਉਹ ਭਾਰੂ ਹੈਗਾ ਜੀ। ਸੋ ਇੱਕ ਪ੍ਰਧਾਨ ਮੰਤਰੀ ਜਿਹੜੇ ਉਹ ਇਹ ਗੱਲ ਮੰਨ ਰਹੇ ਆ। ਹੁਣ ਜਿਹੜੇ ਵੈਨਕੂਵਰ ਦੇ ਮੇਅਰ ਨੇ ਜੀ ਅੱਜ ਉਹਨਾਂ ਨੇ ਵੀ ਇਹ ਗੱਲ ਆਖੀ ਆ ਕਿ ਜਿਹੜੀ BC ਸਰਕਾਰ ਹੈਗੀ ਆ ਇਹ ਰਿਵਿਊ ਕਰੇ ਜੀ, ਸਮੀਖਿਆ ਕਰੇ ਇਸ ਗੱਲ ਦੀ ਕਿ ਜਿਹੜੀਆਂ BC ਦੀਆਂ ਅੱਡ ਪੁਲਿਸ ਫੋਰਸਿਸ ਆ, ਜਿਵੇਂ ਹੁਣ ਵੈਨਕੂਵਰ ਪੁਲਿਸ ਅੱਡ ਆ, ਸਰੀ RCMP ਅੱਡ ਆ, ਐਬਸਫੋਰਡ ਪੁਲਿਸ ਅੱਡ ਆ, ਇਸ ਤਰ੍ਹਾਂ ਹੋਰ ਜਿਹੜੀਆਂ ਪੁਲਿਸ ਫੋਰਸਿਸ ਆ ਕਿ ਇਹਨਾਂ ਦੇ ਵਿੱਚ ਜਿਹੜਾ ਆ ਉਹ ਨਸਲਵਾਦ ਕਿੰਨਾ ਹੁੰਦਾ, ਵਿਤਕਰੇਬਾਜ਼ੀ ਕਿੰਨੀ ਹੁੰਦੀ ਆ, ਅਤੇ ਇਹਨੂੰ ਰੋਕਣਾ ਕਿਵੇਂ ਆ, ਇਹਦਾ ਰਿਵਿਊ ਜਿਹੜਾ ਹੋਣਾ ਚਾਹੀਦਾ ਆ। ਅਤੇ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਨਾ ਗੱਲ ਕਹੀ ਸੀਗੀ ਕਿ ਸਾਡੇ ਲੋਕਾਂ ਨੂੰ ਇੱਥੇ ਬਹੁਤ ਜਿਹੜਾ ਨਸਲਵਾਦ ਦਾ ਝੱਲਣਾ ਪਿਆ, ਮੈਨੂੰ ਕਈ ਵਾਰੀ ਇਹ ਹੁੰਦਾ ਵੀ ਅਸੀਂ ਹੈ ਨਾ ਜਿਹੜੀ ਨਵੀਂ ਪੀੜ੍ਹੀ ਆ ਰਹੀ ਆ ਉਹਨੂੰ ਦੱਸਦੇ ਤਾਂ ਰਹੀਦਾ, ਕੋਸ਼ਿਸ਼ ਕਰਦੇ ਰਹੀਦਾ ਮੀਡੀਆ ਦੇ ਵਿੱਚ, ਪਰ ਗੱਲ ਕਈ ਵਾਰ ਉਹਨਾਂ ਤੱਕ ਪਹੁੰਚਦੀ ਨਹੀਂ ਹੈਗੀ। ਆ ਜਿਹੜੇ ਐਡੇ ਐਡੇ ਵੱਡੇ ਗੁਰਦੁਆਰਾ ਸਾਹਿਬਾਨ ਅੱਜ ਅਸੀਂ ਦੇਖਦੇ ਹਾਂ, ਐਡੇ ਐਡੇ ਵੱਡੇ ਬੈਂਕਟ ਹਾਲ ਦੇਖਦੇ ਹਾਂ, ਐਡੇ ਐਡੇ ਵੱਡੇ ਪਲਾਜ਼ੇ ਦੇਖ ਰਹੇ ਹਾਂ ਬਿਜ਼ਨਸ, ਇਹ ਹੁਣ ਜਿਹੜੇ ਬਹੁਤ ਸੋਹਣੇ ਲੱਗਦੇ ਆ। ਕੋਈ ਸਮਾਂ ਅਜਿਹਾ ਸੀਗਾ ਕਿ ਇੱਥੇ ਘਰ ਲੈਣਾ ਔਖਾ ਸੀਗਾ ਇੱਕ ਪੰਜਾਬੀ ਨੂੰ, ਇੱਕ ਸਿੱਖ ਨੂੰ, ਅਤੇ ਪਾਕੀ ਸੱਜੇ ਹੁੰਦੇ ਸੀਗੇ। ਜਿਹੜੇ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਰਾਤ ਨੂੰ ਘਰਾਂ ਦੇ ਸ਼ੀਸ਼ੇ ਭੰਨ ਦਿੰਦੇ ਹੁੰਦੇ ਸੀਗੇ। ਜਿਹੜਾ ਗੁਰਦੁਆਰਾ ਸਾਹਿਬ ਆ, ਜਿਹੜੇ ਪੁਰਾਣੇ ਗੁਰਦੁਆਰਾ ਸਾਹਿਬ ਆ, ਚਾਹੇ ਵੈਨਕੂਵਰ ਵਾਲਾ ਆ, ਖਾਲਸਾ ਦੀਵਾਨ ਸਾਈਡ ਰੋਸ ਸਟਰੀਟ ਜਿਹੜਾ ਬਾਅਦ 'ਚ ਬਣਿਆ, ਪਹਿਲਾਂ 2nd ਐਵਨਿਊ 'ਤੇ ਹੁੰਦਾ ਸੀ। ਇਸ ਤਰ੍ਹਾਂ ਸਰੀ ਵਾਲਾ ਜਿਹੜਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਆ, ਡੈਲਟਾ ਸਰੀ, ਇਹ ਜਿਹੜੇ ਲੋਕ ਆ ਪਹਿਲੀ ਗੱਲ ਤਾਂ ਉਹਨਾਂ ਨੇ ਆਪਣੇ ਘਰਾਂ ਦੇ ਉੱਤੇ ਮੋਰਗੇਜਾਂ ਲੈ ਕੇ ਇਹ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਜੀ। ਨਾਲੇ ਤਾਂ ਮਿੱਲਾਂ 'ਚ ਕੰਮ ਕਰਦੇ ਸੀਗੇ, ਨਾਲੇ ਰਾਤ ਨੂੰ ਆ ਕੇ ਇੱਥੇ ਰਾਖੀ ਕਰਨੀ ਕਹਿੰਦੇ ਗੁਰਦੁਆਰਾ ਸਾਹਿਬਾਨ ਦੀ, ਕੋਈ ਆ ਕੇ ਸ਼ੀਸ਼ੇ ਨਾ ਭੰਨ ਦੇਵੇ, ਕੋਈ ਅੱਗ ਨਾ ਲਾ ਦੇਵੇ। ਕੋਈ ਜਿਹੜੇ ਬਹੁਤ ਸਾਰੇ ਨਾਜ਼ੀ ਜਾਂ ਨਸਲਵਾਦੀ ਸੋਚ ਦੇ ਲੋਕ ਹੁੰਦੇ ਸੀਗੇ ਉਹ ਆ ਕੇ ਨੁਕਸਾਨ ਪਹੁੰਚਾ ਦਿੰਦੇ ਸੀਗੇ। ਸੋ ਜਿਹੜੇ ਪੁਰਾਣੇ ਬਜ਼ੁਰਗ ਆ ਉਹਨਾਂ ਨੇ ਬਹੁਤ ਕੁਝ ਝੱਲਿਆ ਆ, ਉਹਦੇ ਬਾਰੇ ਪੜ੍ਹਨਾ ਚਾਹੀਦਾ ਨਵੀਂ ਪੀੜ੍ਹੀ ਨੂੰ। ਅੱਜ ਜੋ ਅਸੀਂ ਨਾ ਨਜ਼ਾਰੇ ਲੈ ਰਹੇ ਹਾਂ ਅੱਜ ਕੱਲ੍ਹ, ਸਾਡੀ ਸਰਦਾਰੀ ਹੈ ਇੱਥੇ ਸਰੀ ਵੈਨਕੂਵਰ ਦੇ ਵਿੱਚ, ਸਾਡੇ ਕਾਰੋਬਾਰ ਨੇ ਤਰੱਕੀ ਕੀਤੀ ਹੈ, ਸਾਡਾ ਨਾਂ ਚੱਲਦਾ, ਸਾਡੇ ਹਰੇਕ ਭਾਈਚਾਰੇ ਦੇ ਬਿਜ਼ਨਸ ਦੇ ਵਿੱਚ ਕੀ ਅਤੇ ਸਿਆਸਤ ਦੇ ਵਿੱਚ ਕੀ ਸਾਡਾ ਸਿੱਕਾ ਚੱਲਦਾ, ਇਹ ਉਹਨਾਂ ਬਜ਼ੁਰਗਾਂ ਦੇ ਕਰਕੇ ਆ ਜਿਨ੍ਹਾਂ ਨੇ ਨਸਲਵਾਦ ਝੱਲਿਆ, ਬਹੁਤ ਔਖੇ ਹੋ ਕੇ ਦਿਨ ਕੱਟੇ, ਅਤੇ ਦਿਨੇ ਕੰਮ ਕਰਕੇ ਰਾਤ ਨੂੰ ਘਰਾਂ ਦੀ ਅਤੇ ਗੁਰਦੁਆਰਾ ਸਾਹਿਬਾਨਾਂ ਦੀ ਅਤੇ ਹੋਰ ਥਾਂ ਦੀ ਰਾਖੀ ਕੀਤੀ ਜੀ। ਪਰ ਇਹਦਾ ਦੂਜਾ ਪੱਖ ਇਹ ਨਹੀਂ, ਜਿਵੇਂ ਤੁਸੀਂ ਕਿਹਾ ਵੀ ਜਿਹੜੀ ਕਾਰਪਟ ਦੇ ਥੱਲੇ ਨਹੀਂ ਲੁਕਾਇਆ ਜਾ ਸਕਦਾ ਕੂੜਾ, ਜਦੋਂ ਅਸੀਂ ਇੱਥੇ ਜਾਂ ਕੋਈ ਲੋਕ ਵੀ ਆਏ ਇੱਥੇ ਦੇ ਮੂਲ ਨਿਵਾਸੀਆਂ ਉੱਤੇ ਵੀ ਤਾਂ ਅਸੀਂ ਉਹ ਵੀ ਤਾਂ ਪਾਸੇ ਕਰਕੇ ਅਸੀਂ ਆਏ, ਉਹ ਵੀ ਤਾਂ ਇੱਕ ਰੇਸਿਜ਼ਮ ਹੀ ਆ। ਬਿਲਕੁਲ ਉਹੀ ਫਿਰ ਗੱਲ ਸਮਝਣ ਵਾਲੀ ਹੈ ਜੀ। ਜਿਹੜਾ ਹੁਣ ਕੀ ਹੈ ਦੁਨੀਆ ਜਿਹੜੀ ਬਣ ਗਈ, ਉਹ ਤਾਂ ਜਦੋਂ ਆਪਾਂ ਆਏ ਸਾਨੂੰ ਇੱਕ ਕਾਮਿਆਂ ਦੇ ਕਰਕੇ ਲਿਆਂਦਾ ਗਿਆ ਹੈ। ਬਿਲਕੁਲ ਠੀਕ ਹੈ, ਅਸੀਂ ਇਸ ਕਰਕੇ ਨਹੀਂ ਆਏ ਵੀ ਸਾਨੂੰ ਇੱਥੇ ਕੋਈ ਰਾਜ ਪ੍ਰਬੰਧ ਵਿੱਚ ਹਿੱਸਾ ਦੇਣ ਲਈ ਲਿਆਂਦਾ ਆ। ਇੱਥੇ ਲੇਬਰ ਦੀ ਘਾਟ ਸੀਗੀ, ਲੇਬਰ ਦੀ ਲੋੜ ਪੂਰੀ ਕਰਨ ਦੇ ਵਾਸਤੇ ਇਮੀਗ੍ਰੈਂਟ ਜਿਹੜੇ ਆ ਉਹ ਲਿਆਂਦੇ ਜਾਂਦੇ ਆ, ਕਿਉਂਕਿ ਜਿਹੜੀ ਇੱਥੋਂ ਦੀ ਲੋਕਲ ਪਾਪੂਲੇਸ਼ਨ ਹੈ ਉਹ ਇੰਨੇ ਬੱਚੇ ਪੈਦਾ ਨਹੀਂ ਕਰਦੀ ਕਿ ਉਹ ਪੂਰੇ ਮੁਲਕ ਦੀ ਇਕੋਨਮੀ ਜਿਹੜੀ ਹੈ ਚਲਾ ਸਕਣ। ਇਹੀ ਕੁਛ ਯੂਰਪ ਦੇ ਵਿੱਚ ਸੀਗਾ, ਇਹੀ ਕੁਛ ਨਾਰਥ ਅਮਰੀਕਾ ਦੇ ਵਿੱਚ ਹੈਗਾ। ਪਰ ਜਿਹੜੇ ਤੇ ਸੈਟਲਰ ਹੈਗੇ ਆ, ਜਿਹੜੇ ਕਿ ਫਰਾਂਸੀਸੀ ਜਾਂ ਬ੍ਰਿਟਿਸ਼ ਜਿਹੜੇ ਰੂਲਰ ਸੀਗੇ, ਉਹ ਜਿਹੜਾ ਜ਼ੁਲਮ ਆ ਉਹ ਨਸਲਵਾਦ ਆ। ਆਪਣੇ ਬੰਦਿਆਂ ਨੇ ਆ ਕੇ, ਇਮੀਗ੍ਰੈਂਟਾਂ ਨੇ ਆ ਕੇ
ਇਹ ਤਾਂ ਹੋ ਸਕਦਾ ਕਿਸੇ ਨਿੱਜੀ ਬੰਦੇ ਨੇ ਨਸਲਵਾਦ ਕੀਤਾ ਹੋਵੇ, ਪਰ ਸਿਸਟੇਮੈਟਿਕਲੀ ਜਿਹੜਾ ਆ ਮੂਲ ਵਾਸੀਆਂ ਦੇ ਨਾਲ ਨਸਲਵਾਦ ਨਹੀਂ ਕੀਤਾ। ਇਸੇ ਕਰਕੇ ਜਿਹੜਾ ਉਹਨਾਂ ਨੂੰ ਆਪਣੇ ਪੰਜਾਬੀ ਆ ਉਹ ਰਿਸਪੈਕਟ ਦਿੰਦੇ, ਤਾਏ ਕੇ ਸੱਦਦੇ ਉਹਨਾਂ ਨੂੰ। ਉਹ ਜਿਹੜੇ ਮੂਲ ਵਾਸੀ ਆ ਉਹਨਾਂ ਨੂੰ ਜਿਹੜੇ ਪੁਰਾਣੇ ਬਜ਼ੁਰਗਾਂ ਨੇ ਨਾਂ ਜਿਹੜਾ ਦਿੱਤਾ ਹੋਇਆ ਆਇਆ ਤਾਏ ਕੇ, ਇਸੇ ਕਰਕੇ ਕਹਿੰਦੇ ਵੱਡੇ ਥਾਂ ਰੱਖਿਆ ਹੋਇਆ ਜੀ ਉਹਨਾਂ ਨੂੰ। ਠੀਕ ਹੈ, ਤੇ ਪਰ ਜਿਹੜੀ ਗੱਲ ਹੈਗੀ ਇੱਕ ਨਸਲਵਾਦ ਜਿਹੜਾ ਉਹਨਾਂ ਨਾਲ ਇੰਨਾ ਹੋਇਆ ਕਿ ਉਹਦੇ ਬਾਰੇ ਤਾਂ ਜਿੰਨਾ ਆਪਾਂ ਵਿਖਿਆਨ ਕਰ ਲਈਏ ਥੋੜਾ ਵੀ, ਕਤਲੇਆਮ ਤੋਂ ਲੈ ਕੇ ਉਹਨਾਂ ਦੀ ਬੋਲੀ, ਉਹਨਾਂ ਦਾ ਸੱਭਿਆਚਾਰ ਸਾਰਾ ਕੁਝ ਮਿਟਾਇਆ ਗਿਆ, ਪਰ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਹੈਗਾ। ਸੋ ਜਦੋਂ ਆਹ ਗੱਲਾਂ ਹੁਣ ਚੱਲਦੀਆਂ, ਜਦੋਂ ਆਪਾਂ ਉਹਨਾਂ ਗੱਲਾਂ ਕਰਦੇ ਆ, ਜਿਹੜੇ ਜਗਿਆਸੂ ਲੋਕ ਆ ਪ੍ਰੋਗਰਾਮ ਦੇਖ ਸੁਣ ਰਹੇ ਆ, ਉਹਨਾਂ ਨੂੰ ਚਾਹੀਦਾ ਵੀ ਗੂਗਲ ਕਰਕੇ ਜਾਂ ਹੋਰ ਥਾਂ ਦੇ ਉੱਤੋਂ ਉਹਨਾਂ ਦੇ ਬਾਰੇ ਜਾਣਨ, ਵੀ ਜਿਹਨਾਂ ਨੂੰ ਅਸੀਂ ਅਕਸਰ ਡਰੱਗ ਹੀ ਸਮਝ ਲਈਦਾ ਆ ਜਾਂ ਇਹਨਾਂ ਨੂੰ ਆਪਾਂ ਗਲਤ ਨਜ਼ਰ ਨਾਲ ਦੇਖੀਦਾ, ਉਹ ਇਸ ਧਰਤੀ ਦੇ ਮਾਲਕ ਆ, ਤੇ ਉਹਨਾਂ ਨੂੰ ਨਸ਼ਈ ਬਣਾਉਣ ਦੇ ਵਿੱਚ, ਅਮਲੀ ਬਣਾਉਣ ਦੇ ਵਿੱਚ ਵੀ ਸਰਕਾਰਾਂ ਦਾ ਯੋਗਦਾਨ ਆ, ਜੋ ਕਿ ਸਾਡੇ ਨਾਲ ਹੁਣ ਪੰਜਾਬ ਦੇ ਵਿੱਚ ਇਸ ਵੇਲੇ ਹੋ ਰਿਹਾ ਹੈ। ਜੀ ਗੁਰਪ੍ਰੀਤ ਸਿੰਘ ਜੀ, ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਉਹਨਾਂ ਨੂੰ ਜਿਹੜੇ ਆਗੂ ਆ ਕਾਫੀ ਕ੍ਰਿਟਿਸਾਈਜ਼ ਕਰ ਰਹੇ ਆ, ਕੀ ਖਬਰਸਾਰ ਹੈ ਜੀ? ਰਾਸ਼ਟਰਪਤੀ ਟਰੰਪ ਉਹਨਾਂ ਦੇ ਨਾਲ ਤਾਂ ਜੀ ਕਾਫੀ ਟਕੜਕਾ ਲੱਗਿਆ ਹੋਇਆ ਛੋਟੇ ਲੀਡਰਾਂ ਦਾ। ਸ਼ੁਰੂਆਤ ਜਿਹੜੀ ਆ ਉਹ ਹੂਸਟਨ ਦੇ ਪੁਲਿਸ ਚੀਫ ਨੇ ਕੀਤੀ ਸੀਗੀ। ਹੁਣ ਜਿਹੜੀ ਸਿਆਟਲ ਦੀ ਮੇਅਰ ਹੈਗੀ ਹੈ ਜੀ, ਉਹਨੇ ਕਹਿ ਦਿੱਤਾ, ਉਹ ਕਹਿੰਦੀ ਵੀ ਜਾ ਕੇ ਆਪਣੇ ਬੰਕਰ ਦੇ ਵਿੱਚ ਲੁਕ ਜਾ, ਤੈਨੂੰ ਸਾਡੇ ਸ਼ਹਿਰ ਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ। ਇਸੇ ਤਰ੍ਹਾਂ ਵਿਰੋਧੀ ਪਾਰਟੀ ਦੇ ਗਵਰਨਰ ਨੇ ਜੀ, ਉਹ ਸਿਆਟਲ ਦੇ ਵਿੱਚ ਉਹਨਾਂ ਨੇ ਵੀ ਜਿਹੜੇ ਮਿਸਟਰ ਇੰਸਲੀ ਨੇ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਜੀ, ਕਹਿੰਦੇ ਕਿ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਕਿ ਅਸੀਂ ਵਾਸ਼ਿੰਗਟਨ ਸੂਬਾ ਜਿਹੜਾ ਆ ਉਹ ਕਿਵੇਂ ਸਾਂਭਣਾ ਆ। ਕਹਿੰਦੇ ਸਾਨੂੰ ਪਤਾ ਸਿਆਟਲ ਸ਼ਹਿਰ ਕਿਵੇਂ ਸਾਂਭਣਾ, ਵਾਸ਼ਿੰਗਟਨ ਸੂਬਾ ਜਿਹੜਾ ਕਿਵੇਂ ਸਾਂਭਣਾ। ਹੋਇਆ ਇਸ ਤਰ੍ਹਾਂ ਸੀਗਾ ਕਿ ਜਿਹੜੇ ਟਰੰਪ ਹੁਣੀ ਆ, ਉਹਨਾਂ ਨੇ ਟਵੀਟ ਕੀਤਾ ਸੀਗਾ ਕਿ ਸਿਆਟਲ ਦੇ ਵਿੱਚ ਜਿਹੜੇ ਮੁਜ਼ਾਹਰਾਕਾਰੀ ਆ ਉਹ ਸੂਤ ਨਹੀਂ ਆ ਰਿਹਾ ਪ੍ਰਸ਼ਾਸਨ ਕੋਲੋਂ। ਉਹ ਕਹਿੰਦੇ ਵੀ ਉਹ ਤਾਂ ਡੋਮੈਸਟਿਕ ਟੈਰਰਿਸਟ ਦੇ ਵਾਂਗੂ, ਜਿਵੇਂ ਘਰੇਲੂ ਅੱਤਵਾਦੀ ਹੁੰਦੇ ਇਵੇਂ ਬਿਹੇਵ ਕਰਦੇ ਆ, ਇਵੇਂ ਘੁੰਮਦੇ ਫਿਰਦੇ ਆ। ਜਿਹੜੇ ਸਿਆਟਲ ਦੀ ਮੇਅਰ ਆ ਤੇ ਜਿਹੜੇ ਆ ਵਾਸ਼ਿੰਗਟਨ ਸੂਬੇ ਦੇ ਗਵਰਨਰ ਨੇ ਜੀ, ਉਹ ਫੇਲ ਹੋਏ ਆ ਉਹਨਾਂ ਨੂੰ ਸਾਂਭਣ ਦੇ ਵਿੱਚ। ਸੋ ਉਹਦੇ ਜਵਾਬ ਦੇ ਵਿੱਚ ਜਿਹੜੀ ਇਹ ਗੱਲ ਜਿਹੜੀ ਆ ਕੀਤੀ ਗਈ ਹੈ ਜੀ। ਇਸ ਦੇ ਨਾਲ ਹੀ ਜਿਹੜੇ ਫੋਰਸਿਸ ਦੇ ਉੱਥੇ ਅਮਰੀਕਨ ਫੋਰਸਿਸ ਦੇ ਚੀਫ ਹੈਗੇ ਆ ਜੀ, ਜਨਰਲ ਮਾਰਕ ਮਿਲੀ, ਉਹਨਾਂ ਦਾ ਵੀ ਇੱਕ ਅੱਜ ਬਿਆਨ MSNBC ਦੇ ਉੱਤੇ ਜਾਰੀ ਹੋਇਆ ਜੀ। ਉਹ ਕਹਿੰਦੇ ਵੀ ਜਦੋਂ ਟਰੰਪ ਨੇ ਫੋਟੋ ਆਪ ਕੀਤਾ ਚਰਚ ਦੇ ਬਾਹਰ, ਜਿੱਦਣ ਆਪਾਂ ਗੱਲ ਕਰਦੇ ਸੀ ਨਾ ਵੀ ਮੁਜ਼ਾਹਰਾਕਾਰੀਆਂ ਨੇ ਆਉਣਾ ਸੀਗਾ, ਫਿਰ ਉਸ ਤੋਂ ਬਾਅਦ ਟਰੰਪ ਨੇ ਭਲਵਾਨੀ ਗੇੜੀ ਦਿੱਤੀ, ਬਾਹਰ ਨਿਕਲ ਕੇ ਚਰਚ ਦੇ ਮੂਹਰੇ ਖੜ੍ਹ ਕੇ ਬਾਈਬਲ ਫੜ ਕੇ ਫੋਟੋ ਖਿਚਾਈ। ਤਾਂ ਉਸ ਫੋਟੋ ਦੇ ਵਿੱਚ, ਉਸ ਸ਼ੋਅ ਆਪ ਦੇ ਵਿੱਚ ਜਿਹੜੇ ਜਨਰਲ ਮਾਰਕ ਮਿਲੀ ਉਹ ਵੀ ਸ਼ਾਮਲ ਸੀਗੇ। ਜਦੋਂ ਉਹ ਫੋਟੋਆਂ ਆਈਆਂ ਸਾਹਮਣੇ ਤਾਂ ਉਹ ਕਹਿੰਦੇ ਵੀ ਮੈਂ ਮਹਿਸੂਸ ਕਰਦਾ ਵੀ ਮੇਰੇ ਤੋਂ ਗਲਤੀ ਹੋਈ ਹੈ, ਵੀ ਮੈਨੂੰ ਉਸ ਫੋਟੋ ਸ਼ੂਟ ਦੇ ਵਿੱਚ ਜਾਣਾ ਨਹੀਂ ਚਾਹੀਦਾ, ਕਿਉਂਕਿ ਜਿਹੜਾ ਫੌਜ ਦਾ ਕੰਮ ਆ ਉਹ ਮੁਲਕ ਦੇ ਅੰਦਰੂਨੀ ਰਾਜਸੀ ਕੰਮਾਂ 'ਚ ਦਖਲ ਦੇਣਾ ਨਹੀਂ ਹੈਗਾ। ਤੇ ਜਿਹੜੀ ਮੇਰੀ ਫੋਟੋ ਆ ਉਹਨੇ ਗਲਤ ਸੁਨੇਹਾ ਦਿੱਤਾ ਲੋਕਾਂ ਨੂੰ ਵੀ ਜਿਹੜਾ ਫੌਜ ਦਾ ਜਨਰਲ ਆ ਉਹ ਟਰੰਪ ਦੇ ਨਾਲ ਆ, ਦੂਜੇ ਪਾਸੇ ਲੋਕ ਜਿਹੜੇ ਮੁਜ਼ਾਹਰਾ ਕਰ ਰਹੇ ਆ, ਕਹਿੰਦੇ ਮੈਨੂੰ ਉੱਥੇ ਨਹੀਂ ਹੋਣਾ ਚਾਹੀਦਾ ਸੀਗਾ, ਇਸ ਕਰਕੇ ਮੈਂ ਖਿਮਾ ਦਾ ਜਾ ਚੁੱਕਿਆ। UN ਨੇ ਭੁੱਖਮਰੀ ਦੀ ਚੇਤਾਵਨੀ ਦਿੱਤੀ ਆ ਵੀ ਮਾਰੋ ਮਾਰ ਹੋ ਸਕਦੀ ਹੈ। UN ਜਿਹੜਾ ਜੀ, ਉਹਨਾਂ ਨੇ ਕਿਹਾ ਕਿ ਤਕਰੀਬਨ 5 ਕਰੋੜ ਲੋਕ ਜਿਹੜੇ ਹੋਰ ਉਹ ਗਰੀਬੀ ਰੇਖਾ ਤੋਂ ਹੇਠਾਂ ਜਾ ਕੇ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਆ। ਇਹਦਾ ਵੱਡਾ ਕਾਰਨ ਜਿਹੜਾ ਕਰੋਨਾ ਦੱਸਿਆ ਗਿਆ। ਉਹ ਕਹਿੰਦੇ ਇੱਕ ਤਾਂ ਇਹਦੇ ਨਾਲ ਇਹ ਹੋਣਾ ਕਿ ਜਿਹੜੀ ਆ ਫੂਡ ਪ੍ਰੋਡਕਸ਼ਨ ਆ ਉਹਨੂੰ ਬਹੁਤ ਫਰਕ ਪੈਣਾ ਆ, ਬਹੁਤ ਥਾਂ ਦੇ ਉੱਤੇ ਜਿਹੜੀ ਆ ਫਸਲ ਆ ਉਹ ਪੂਰੀ ਨਹੀਂ ਹੋ ਸਕਣੀ। ਤੇ ਪਹਿਲਾਂ ਜਿਹੜਾ ਆ ਉਹ ਭੁੱਖਮਰੀ ਦੇ ਸ਼ਿਕਾਰ ਕਰੋੜਾਂ ਲੋਕ ਆ। ਹਾਲਾਂਕਿ ਸਾਡੀ ਦੁਨੀਆ ਦੀ ਜਿਹੜੀ ਆਬਾਦੀ ਤਕਰੀਬਨ 8 ਬਿਲੀਅਨ ਦੇ ਲਾਗੇ ਛਾਗੇ ਹੋ ਚੁੱਕੀ ਆ। 8 ਅਰਬ ਆਬਾਦੀ ਦੇ ਵਿੱਚੋਂ ਕਹਿੰਦੇ ਵੀ ਬਹੁਤ ਗਿਣਤੀ ਜਿਹੜੀ ਆ ਉਹ ਰਾਜਮਾ ਭੋਜਨ ਖਾਂਦੀ ਆ, ਪਰ ਫਿਰ ਵੀ ਇੱਕ ਛੋਟੀ ਜਿਹੀ ਗਿਣਤੀ ਆ ਜਿਹੜੀ ਕਿ ਕਰੋੜਾਂ ਦੇ ਵਿੱਚ ਆ, ਉਹ ਜਿਹੜੀ ਆ ਛੋਟੀ ਜਿਹੀ ਪਰਸੈਂਟੇਜ ਜਿਹੜੀ ਕਿ ਗਿਣਤੀ ਕਰੋੜਾਂ ਵਿੱਚ ਆ, ਵੀ ਉਹਨਾਂ ਨੂੰ ਪੂਰਾ ਪ੍ਰੋਪਰ ਜਿਹੜਾ ਭੋਜਨ ਨਹੀਂ ਮਿਲ ਰਿਹਾ। 14 ਕਰੋੜ ਦੇ ਕਰੀਬ ਬੱਚੇ ਇਹੋ ਜਿਹੇ ਆ ਜਿਨ੍ਹਾਂ ਦਾ ਵਿਕਾਸ ਨਹੀਂ ਇਸ ਕਰਕੇ ਹੋ ਰਿਹਾ ਕਿ ਉਹਨਾਂ ਨੂੰ ਪ੍ਰੋਪਰ ਜਿਹੜਾ ਫੂਡ ਨਹੀਂ ਜੀ ਮਿਲਦਾ। ਉਹ ਕਹਿੰਦੇ ਵੀ ਜਿਹੜੇ ਦੁਨੀਆ ਦੀਆਂ ਤਾਕਤਾਂ ਆ, ਅੰਤਰਰਾਸ਼ਟਰੀ ਭਾਈਚਾਰਾ, ਉਹਨੂੰ ਸੋਚਣਾ ਚਾਹੀਦਾ ਵੀ ਇੱਕ ਪਾਸੇ ਜਿਹੜਾ ਆ ਆਪਾਂ ਤਰੱਕੀ ਦੀਆਂ ਡੀਂਗਾਂ ਮਾਰ ਰਹੇ ਆ ਵੀ ਦੁਨੀਆ ਕਿੱਥੇ ਤੋਂ ਕਿੱਥੇ ਪਹੁੰਚ ਗਈ ਆ, ਤੇ ਦੂਜੇ ਪਾਸੇ ਜੇ ਹੱਲੇ ਵੀ ਲੋਕ ਭੁੱਖਮਰੀ ਦੇ ਸ਼ਿਕਾਰ ਆ, ਬੱਚੇ ਇਸ ਕਰਕੇ ਵੱਧ ਫੁੱਲ ਨਹੀਂ ਰਹੇ ਕਿ ਉਹਨਾਂ ਨੂੰ ਪ੍ਰੋਪਰ ਫੂਡ ਨਹੀਂ ਮਿਲਦਾ। ਤੇ ਸਾਡੇ ਲਈ ਸਾਰੀ ਸੋਚਣ ਵਾਲੀ ਗੱਲ ਆ। ਤੇ ਉਹਨਾਂ ਨੇ ਕਿਹਾ ਕਿ ਕਰੋਨਾ ਦੇ ਕਰਕੇ ਜਿਹੜਾ ਇਹ ਨਵੀਂ ਭੁੱਖਮਰੀ ਪੈਦਾ ਹੋਈ ਆ, 5 ਕਰੋੜ ਲੋਕ ਹੋਰ ਭੁੱਖਮਰੀ ਦੇ ਵਿੱਚ ਜਾ ਸਕਦੇ, ਇਹਦਾ ਆਪਾਂ ਇਲਾਜ ਕਰੀਏ ਜੀ। ਭਾਰਤ ਵੱਲੋਂ ਚੱਲਦੇ ਆ, ਯੂਪੀ ਦੇ ਵਿੱਚ ਕਿਸਾਨਾਂ ਦੀ ਕੀ ਸਮੱਸਿਆ ਆਈ ਹੈ ਇਸ ਵੇਲੇ ਜੀ? ਦੇਖੋ ਜੀ, ਜਿਹੜੇ ਯੂਪੀ ਦੇ ਕਿਸਾਨ ਆ ਜਿਹੜੇ ਕਿ 1947 ਤੋਂ ਬਾਅਦ ਜਾ ਕੇ ਆਬਾਦ ਹੋਏ ਸੀਗੇ, ਆਪਾਂ ਬਹੁਤਿਆਂ ਨੂੰ ਪਤਾ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਕਿਸਾਨ ਜਿਹੜੇ ਆ ਉਹ ਯੂਪੀ ਦੇ ਵਿੱਚ ਤਰਾਈ ਦੇ ਵਿੱਚ ਤੇ ਹੋਰ ਨੈਨੀਤਾਲ ਵੱਲ ਤੇ ਹੋਰ ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਜੰਗਲ ਆਬਾਦ ਕੀਤੇ ਆ ਜੀ। ਦੱਸਦੇ ਆ ਜਿਹੜੇ ਬਜ਼ੁਰਗ ਕਿ ਉਸ ਵੇਲੇ ਜੰਗਲੀ ਜਾਨਵਰ ਤਾਂ ਸੀਗੇ, ਸੱਪ, ਬਿੱਛੂ ਤੇ ਹੋਰ ਮੱਛਰੇ ਇੰਨਾ ਖਤਰਨਾਕ ਸੀਗਾ ਕਿ ਬਹੁਤੇ ਬੰਦੇ ਦਾ ਜਿਹੜੇ ਆ ਜੀ ਉਹ ਕਹਿ ਲਓ ਵੀ ਡੰਗ ਵੱਜਣ ਕਰਕੇ ਪੂਰੇ ਹੋਏ ਆ ਉੱਥੇ। ਉਹ ਹੁਣ ਜਿਹੜੇ ਕਿਸਾਨ 1950 ਦੇ ਵਿੱਚ ਜਾ ਕੇ ਉੱਥੇ ਬਿਜਨੌਰ ਜ਼ਿਲ੍ਹੇ ਦੇ ਵਿੱਚ ਲਖੀਮਪੁਰ ਖੀਰੀ ਇਲਾਕੇ ਦੇ ਵਿੱਚ ਸਥਾਪਿਤ ਹੋਏ ਆ, ਉਹਨਾਂ ਨੇ ਜਾ ਕੇ ਜੰਗਲ ਕੱਟ ਵੱਢ ਕੇ ਸਾਫ਼ ਕੀਤੇ ਆ ਜੀ। ਉਹਨਾਂ ਨੂੰ ਹੁਣ ਉਜਾੜਿਆ ਜਾ ਰਿਹਾ ਉੱਥੋਂ।
ਇਹ ਕਹਿ ਕੇ ਕਿ ਜਿਹੜੀ ਜ਼ਮੀਨ ਆ ਸਰਕਾਰ ਨੇ ਐਕਵਾਇਰ ਕਰਨੀ ਹੈ। ਉਹ ਹੁਣ ਜਿਹੜੇ ਕਿਸਾਨ ਨੇ ਜਾ ਕੇ ਯੋਗੀ ਆਦਿੱਤਿਆਨਾਥ ਨੂੰ ਵੀ ਮੁਲਾਕਾਤ ਕਰਕੇ ਆਏ, ਉਹਦੇ ਨਾਲ ਵੀ ਪੰਜਾਬ ਦੇ ਸਿਆਸਤਦਾਨਾਂ ਤੱਕ ਵੀ ਉਹਨਾਂ ਨੇ ਜਿਹੜੀ ਅਪੀਲ ਕੀਤੀ ਹੈ ਸਾਡੀ ਬਾਂਹ ਫੜੋ। ਉਹਨਾਂ ਕਿਸਾਨਾਂ ਦੇ ਵਿੱਚੋਂ ਬਹੁਤਿਆਂ ਨੇ ਪ੍ਰੈਸ ਕਾਨਫਰੰਸ ਰਾਹੀਂ ਜਿਹੜਾ ਸੁਨੇਹਾ ਦਿੰਦਿਆਂ ਇਹ ਕਿਹਾ ਕਿ 1950s ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਇੱਥੇ ਆਏ ਸੀਗੇ, ਉਸ ਤੋਂ ਬਾਅਦ ਅਸੀਂ ਜੰਗਲ ਵਾਹ ਕੇ ਸਾਰਾ ਕੁਛ ਇਹਨੂੰ ਖੇਤਾਂ 'ਚ ਦੇ ਰੂਪ 'ਚ ਤਿਆਰ ਕੀਤਾ। 1980 ਦੇ ਵਿੱਚ ਜਦੋਂ ਚੱਕਬੰਦੀ ਹੋਈ ਆ ਤਾਂ ਉਹਦੇ ਦੇ ਦੌਰਾਨ ਸਾਡੇ ਨਾਂ 'ਤੇ ਇੰਤਕਾਲ ਹੋਏ ਆ ਇਹਨਾਂ ਪ੍ਰਾਪਰਟੀਜ਼ ਦੇ, ਬਕਾਇਦਾ ਜਿਹੜੀਆਂ ਇੱਥੇ ਮੋਟਰਾਂ ਲੱਗੀਆਂ ਆ ਅਤੇ ਇਸ ਦੇ ਬਾਅਦ ਦੇ ਵਿੱਚ ਸਰਕਾਰੀ ਸਹੂਲਤਾਂ ਮਿਲਣ ਲੱਗੀਆਂ। ਅਤੇ ਉਸ ਤੋਂ ਬਾਅਦ ਅਸੀਂ ਨੂੰ ਇੱਕ ਪਿੰਡਾਂ ਦੇ ਰੂਪ 'ਚ ਵਿਕਸਿਤ ਕੀਤਾ ਜਾਂ ਡੇਰਿਆਂ ਦੇ ਰੂਪ ਦੇ ਵਿੱਚ ਵਿਕਸਿਤ ਕੀਤਾ, ਪੱਕੇ ਮਕਾਨ ਬਣਾ ਲਏ। ਕਹਿੰਦੇ ਪਹਿਲਾਂ 3000 ਏਕੜ ਜਿਹੜਾ ਯੂਪੀ ਸਰਕਾਰ ਨੇ ਇਹ ਕਹਿ ਕੇ ਲੈ ਲਿਆ ਕਿ ਇੱਥੇ ਡੈਮ ਬਣਾਉਣਾ ਆ। ਉਸ ਤੋਂ ਬਾਅਦ ਹੁਣ 1000 ਏਕੜ ਜਿਹੜਾ ਹੋਰ ਰਿਕਵਾਇਰ ਕੀਤਾ ਜਾ ਰਿਹਾ ਆ ਅਤੇ ਸਾਨੂੰ ਕਹਿੰਦੇ ਵੀ ਘਰੋਂ ਬੇਘਰ ਕੀਤਾ ਜਾ ਰਿਹਾ ਆ। ਹੋਇਆ ਇਹ ਤਰ੍ਹਾਂ ਹੁਣ ਕਿ JCB ਮਸ਼ੀਨਾਂ ਲਿਜਾ ਕੇ ਜਿਹੜੀ ਉਹਨਾਂ ਦੀ ਕਮਾਦੀ ਦੀ ਫਸਲ ਸੀ, ਗੰਨੇ ਦੀ ਫਸਲ ਸੀਗੀ ਜੀ, ਉਹ ਲਿਆ ਕੇ ਜਿਹੜੀ ਆ ਉਹ ਉਜਾੜ ਦਿੱਤੀ ਗਈ ਆ। ਉਹਨਾਂ ਨੇ ਬੜਾ ਜ਼ੋਰ ਲਾਇਆ ਕਿ ਸਾਡੇ ਕੋਲ ਤਾਂ ਘਰ ਘਾਟ ਵੀ ਹੈ ਨਹੀਂ ਗਾ ਰਹਿਣ ਦੇ ਵਾਸਤੇ, ਅਸੀਂ ਇੱਥੋਂ ਉੱਜੜ ਕੇ ਜਾਵਾਂਗੇ ਕਿੱਥੇ। ਉਹਨਾਂ ਦੀ ਸੁਣੀ ਨਹੀਂ ਗਈ। ਇੱਥੋਂ ਤੱਕ ਕਿ ਘਰਾਂ ਦੇ ਅੰਦਰ ਵੜ ਕੇ ਜਿਹੜੀ ਆ ਉਹਨਾਂ ਦੀ ਬੇਪਤੀ ਜਿਹੜੀ ਕੀਤੀ ਗਈ ਆ। ਕੁਝ ਲੋਕਾਂ ਨੇ ਇਸ ਗੱਲ ਕਰਕੇ ਤਕਰਾਰ ਕੀਤਾ ਕਿ ਤੁਸੀਂ ਸਾਡੇ ਘਰਾਂ 'ਚ ਕਿਵੇਂ ਵੜੇ ਆ, ਇਹ ਔਰਤਾਂ ਨੂੰ ਗਲਤ ਕਿਵੇਂ ਬੋਲੇ ਆ। ਤਾਂ 35 ਕਿਸਾਨਾਂ ਦੇ ਉੱਤੇ ਅੱਡ-ਅੱਡ ਧਾਰਾਵਾਂ ਦੇ ਤਹਿਤ ਜਿਹੜੇ ਆ ਕੇਸ ਵੀ ਦਰਜ ਹੋਏ ਆ। ਅਤੇ ਜਸਕਰਨ ਜੀ ਇਹ ਕੋਈ ਪਹਿਲੀ ਗੱਲ ਨਹੀਂ ਹੈਗੀ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਨਰਿੰਦਰ ਮੋਦੀ ਦੇ ਆਪਣੇ ਸੂਬੇ ਗੁਜਰਾਤ ਦੇ ਵਿੱਚ, ਹਰਿਆਣਾ ਦੇ ਵਿੱਚ ਵੀ ਸਿੱਖਾਂ ਦੇ ਨਾਲ ਜਿਹੜਾ ਅਜਿਹਾ ਕੁਛ ਹੋ ਚੁੱਕਾ ਕਿਸਾਨਾਂ ਦੇ ਨਾਲ, ਜਿਹੜੇ ਕਿ 47 ਦੇ ਵਿੱਚ ਪਾਕਿਸਤਾਨ ਤੋਂ ਆਏ ਸੀਗੇ ਜਾਂ ਕੁਛ ਇੱਧਰੋਂ ਜਿਹੜੇ ਆ ਕਿ ਇੱਥੇ ਜ਼ਮੀਨਾਂ ਥੋੜ੍ਹੀਆਂ ਆ, ਉੱਥੇ ਜਾ ਕੇ ਜ਼ਮੀਨ ਮਿਹਨਤ ਕਰਕੇ ਆਬਾਦ ਕਰ ਲਵਾਂਗੇ ਅਤੇ ਉੱਥੇ ਜਿਹੜਾ ਚੰਗਾ ਨਿਰਵਾਹ ਕਰ ਲਵਾਂਗੇ, ਉਹਨਾਂ ਦਾ ਹੁਣ ਜਿਹੜਾ ਆ ਇਹ ਕਹਿ ਲਓ ਵੀ ਉਜਾੜਾ ਕੀਤਾ ਜਾ ਰਿਹਾ ਜੀ। ਇੱਕ ਖਬਰ ਆ ਰਹੀ ਕਿ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਝੋਨਾ ਲਾ ਰਹੇ, ਇਹ ਕੀ ਮਾਮਲਾ ਜੀ? ਪੜ੍ਹ ਲਿਖ ਕੇ ਝੋਨਾ ਕਿਉਂ ਲਾਉਣਾ ਪੈ ਰਿਹਾ? ਜਾਂ ਇਹ ਇੱਕ ਬੜੇ ਬਠਿੰਡਾ ਤੋਂ ਜਰਨਲਿਸਟ ਨੇ ਜੀ, ਚਰਨਜੀਤ ਭੁੱਲਰ, ਬੜੇ ਮਸ਼ਹੂਰ ਪੰਜਾਬੀ ਟ੍ਰਿਬਿਊਨ ਦੇ, ਉਹਨਾਂ ਦੀ ਇੱਕ ਐਕਸਕਲੂਸਿਵ ਸਟੋਰੀ ਆ। ਅੱਛਾ ਜੀ। ਅਤੇ ਉਹਨਾਂ ਨੇ ਅੱਡ-ਅੱਡ ਜਿੱਦਾਂ ਜ਼ਿਲ੍ਹਿਆਂ ਦੇ ਵਿੱਚ, ਚਾਹੇ ਉਹ ਬਠਿੰਡਾ ਆ, ਚਾਹੇ ਤਰਨਤਾਰਨ ਆ, ਚਾਹੇ ਪਠਾਨਕੋਟ ਆ, ਉੱਧਰ ਜਾ ਕੇ ਜਿਹੜੇ ਆ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਆ। ਜਿਹੜੇ MA MEd ਕੀਤੀ ਹੋਈ ਨੌਜਵਾਨ ਆ ਜਿਨ੍ਹਾਂ ਨੇ ਅਧਿਆਪਕ ਬਣਨਾ ਸੀਗਾ, ਕਿਉਂਕਿ ਹੁਣ ਸਰਕਾਰ ਨੇ ਬਹੁਤ ਸਾਰੇ ਜਿਹੜੇ ਅਧਿਆਪਕ ਆ ਉਹ ਪਹਿਲਾਂ ਫਾਇਰ ਕਰਤੇ ਸੀਗੇ, ਪ੍ਰੋਪਰ ਪੱਕੇ ਨਹੀਂ ਕੀਤੇ, ਨੌਕਰੀਆਂ ਹੈ ਨਹੀਂ ਗੀਆਂ। ਜਿਹੜੇ ਮੁੰਡੇ ਕੁੜੀਆਂ ਆ ਉਹ ਪੜ੍ਹ ਲਿਖ ਕੇ ਤੁਹਾਨੂੰ ਪਤਾ ਮੁਜ਼ਾਹਰੇ ਕਰਦੇ ਆ, ਮੁਜ਼ਾਹਰਾ ਕਰਦੇ ਦੀ ਕੁੱਟਮਾਰ ਵੀ ਹੋਈ ਆ, ਪਾਣੀ ਦੀਆਂ ਵਿਛਾੜਾਂ ਹਰੇਕ ਸਰਕਾਰ ਉਹਨਾਂ 'ਤੇ ਮਾਰਦੀ ਰਹੀ ਆ। ਹੁਣ ਉਹ ਕਹਿੰਦੇ ਅਸੀਂ ਜਾਈਏ ਤਾਂ ਜਾਈਏ ਕਿੱਥੇ? ਅਤੇ ਉਹ ਕਹਿੰਦੇ ਵੀ ਅਸੀਂ ਹੁਣ ਮਜਬੂਰ ਹੋ ਕੇ ਝੋਨਾ ਲਾਉਣ ਲਈ ਜਿਹੜੀਆਂ ਜਾ ਰਹੇ ਹਾਂ ਦਿਹਾੜੀਆਂ ਦੇ ਉੱਤੇ। ਬੜਾ ਔਖਾ ਜੀ, ਬੜਾ ਔਖਾ। ਹੁਣ ਜਿਹੜੇ ਜਦੋਂ ਆਪਾਂ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹਾਂ, ਕੰਮ ਕਰਨ ਦੇ ਵਿੱਚ ਕੋਈ ਬੁਰਾਈ ਨਹੀਂ ਸੀਗਾ ਜੀ, ਕੰਮ ਜਿਹੜੇ ਸਾਰੇ ਵਧੀਆ ਆ। ਇੱਥੇ ਡਾਕਟਰ ਟੈਕਸੀਆਂ ਵੀ ਚਲਾਉਂਦੇ ਆ, ਡਾਕਟਰਾਂ ਨੇ ਇੰਜੀਨੀਅਰਾਂ ਨੇ ਆ ਕੇ ਇੱਥੇ ਕਲੀਨਅਪ ਦਾ ਕੰਮ ਵੀ ਕੀਤਾ ਆ, ਅਤੇ ਆਪਣੇ ਆਪ ਦੇ ਵਿੱਚ ਸਫਲ ਹੋਣ ਦੇ ਵਿੱਚ ਕੰਮ ਕੋਈ ਵੀ ਕਰਨਾ ਪੈ ਜਾਵੇ ਮਾੜਾ ਨਹੀਂ ਹੈਗਾ। ਪਰ ਇੱਥੇ ਸੱਭਿਆਚਾਰ ਹੋ ਰਿਹਾ, ਇੱਥੇ ਕਰ ਰਹੇ ਕੰਮ ਨੂੰ ਕੋਈ ਮਾੜਾ ਨਹੀਂ ਕਹਿੰਦਾ। ਜਿੰਨਾ ਵੀ ਕੋਈ ਜ਼ੋਰ ਲਾ ਕੇ ਕੰਮ ਕਰਦਾ ਆ ਜਾਂ ਕੋਈ ਲਿਬੜਨ ਵਾਲਾ ਕੰਮ ਕਰਦਾ ਆ, ਉਹਦੀ ਰਿਸਪੈਕਟ ਹੈਗੀ ਆ, ਮਿਹਨਤ ਦਾ ਮੁੱਲ ਵੀ, ਮਿਹਨਤ ਦਾ ਮੁੱਲ ਵੀ ਹੈਗਾ ਆ। ਪਰ ਉੱਥੇ ਉਹ ਕਹਿੰਦੇ ਕੀ ਹੋ ਰਿਹਾ ਕਿ ਸਾਨੂੰ ਮੂੰਹ ਲੁਕਾਉਣਾ ਪੈ ਰਿਹਾ। ਕਹਿੰਦੇ ਸਾਡੇ ਆਪਣੇ ਨਾਲ ਦੇ ਜਿਹੜੇ ਹੈਗੇ ਆ ਮਜ਼ਦੂਰ ਜਿਹੜੇ ਆ, ਉਹ ਕਹਿੰਦੇ ਕਿੱਦਾਂ ਮਾਸਟਰ ਜੀ ਫਿਰ ਹੁਣ ਝੋਨਾ ਲਾਉਣ ਆ ਗਏ ਆ, ਇਹ ਪਸੀਨਾ ਤਾਂ ਨਹੀਂ ਆਉਂਦਾ, ਜਾਂ ਹੋਰ ਜਿਹੜੀਆਂ ਤਿੱਖੀਆਂ ਟਿੱਪਣੀਆਂ ਟਿੱਚਰਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਆ, ਜਿਹਦੇ ਕਰਕੇ ਸਾਡਾ ਕਹਿੰਦਾ ਮਨ ਬਹੁਤ ਦੁਖੀ ਆ। ਅਤੇ ਇੱਕ ਤਰ੍ਹਾਂ ਦੇ ਨਾਲ ਇਹ ਸੰਕੇਤਕ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਰਕਾਰ ਦੇ ਮੂੰਹ 'ਤੇ ਚਪੇੜ ਮਾਰਨ ਵਾਲੀ ਗੱਲ ਵੀ ਹੈਗੀ ਆ ਵੀ ਇਹ ਕੰਮ ਤਾਂ ਜਿਹੜਾ ਨੌਜਵਾਨ ਕਰ ਰਹੇ ਆ, ਝੋਨਾ ਲਾਉਣਾ ਕੋਈ ਮਾੜੀ ਗੱਲ ਨਹੀਂ ਹੈਗੀ, ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਗੱਲ ਕੀ ਆ ਕਿ ਇਹ ਕੰਮ ਤਾਂ ਫਿਰ ਬਿਨਾਂ ਪੜ੍ਹੇ ਤੋਂ ਵੀ ਹੋ ਸਕਦਾ ਸੀ। ਉਹਦੇ ਵਾਸਤੇ ਇਹਨਾਂ ਨੌਜਵਾਨਾਂ ਦੇ ਸੁਪਨੇ, ਇਹਨਾਂ ਦੇ ਮਾਪਿਆਂ ਦੇ ਸੁਪਨੇ, ਉਹ ਸਾਲ ਜਿਹੜੇ ਪੜ੍ਹਾਈ ਲਈ ਲਾਏ ਜਾਂ ਇੰਨਾ ਪੈਸਾ ਖਰਚ ਕੀਤਾ, ਉਹ ਵਿਅਰਥ ਕਰਨ ਦੀ ਕੀ ਲੋੜ ਸੀ? ਮਸਲਾ ਇਹ ਹੈਗਾ ਜੀ। ਅਤੇ ਸਰਕਾਰ ਜਿਹੜੀ ਆ ਉਹ ਜੋਬਾਂ ਜਿਹੜੀਆਂ ਨਹੀਂ ਦੇ ਰਹੀ। ਇਹੀ ਕਾਰਨ ਆ ਕਿ ਹੁਣ ਸਾਰੇ ਮਾਹਰ ਜਿਹੜੇ ਆ ਪੰਜਾਬ ਦੇ, ਚਾਹੇ ਉਹ ਸਿੱਖਿਆ ਮਾਹਰ ਆ, ਚਾਹੇ ਰਾਜਸੀ ਮਾਹਰ ਆ, ਅਤੇ ਚਾਹੇ ਆਰਥਿਕ ਮਾਹਰ ਆ, ਉਹ ਟਿਟਕ ਰਹੇ ਆ ਕਿ ਪੰਜਾਬ ਖਾਲੀ ਹੋ ਰਿਹਾ। ਪੰਜਾਬ ਦੇ ਵਿੱਚੋਂ ਲੋਕ ਧੜਾ ਧੜ ਜਿਹੜੇ ਆ ਤਿਆਰੀ ਕਰ ਰਹੇ ਆ ਵੀ ਬਾਹਰ ਚੱਲੀਏ। ਰੋਜ਼ ਕੋਈ ਨਾ ਕੋਈ ਇਹੋ ਜਿਹਾ ਟੱਬਰ ਦੀ ਗੱਲ ਸੁਣਨ ਨੂੰ ਮਿਲਦੀ ਆ, ਉਹ ਕਹਿੰਦੇ ਵੀ ਅਸੀਂ ਝੁੱਗੀ 'ਚ ਵੀ ਰਹਿ ਲਵਾਂਗੇ ਕਾਕਾ, ਤੂੰ ਆਹ ਜ਼ਮੀਨ ਜਿਹੜੀ 2-4 ਕਿੱਲੇ ਹੈਗੀ ਇਹਨਾਂ ਦਾ ਪ੍ਰਬੰਧ ਕਰ ਅਤੇ ਬਾਹਰ ਚੱਲ ਜਾ। ਅਤੇ ਪੰਜਾਬ ਜਿਹੜਾ ਉਹ ਲਗਾਤਾਰ ਖਾਲੀ ਹੋ ਰਿਹਾ। ਉਹਦਾ ਵੱਡਾ ਕਾਰਨ ਇਹੀ ਹੈ ਕਿ ਸਰਕਾਰਾਂ ਜਿਹੜੀਆਂ ਆ ਉਹ ਉੱਥੇ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਈਆਂ ਜੀ। ਵੈਸੇ ਕੀ ਹਾਲਾਤ ਆ ਪੰਜਾਬ ਦੇ ਲੋਕਡਾਊਨ ਦੇ ਜੀ? ਹੁਣ ਲੋਕਡਾਊਨ ਜਿਹੜਾ ਪੰਜਾਬ ਦੇ ਵਿੱਚ ਹੈ ਜੀ ਉਹ ਦੁਬਾਰਾ ਲੱਗ ਰਿਹਾ ਜੀ। ਇਹ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਆ। ਉਹ ਕਹਿੰਦੇ ਵੀ ਕੁਝ ਸੰਕੇਤ ਮਿਲੇ ਆ ਜਿਨ੍ਹਾਂ ਤੋਂ ਲੱਗਦਾ ਕਿ ਕਰੋਨਾ ਵਾਇਰਸ ਜਿਹੜਾ ਆ ਪੰਜਾਬ ਦੇ ਵਿੱਚ ਦੁਬਾਰਾ ਉੱਭਰਨ ਲੱਗਾ ਜੀ, ਦੁਬਾਰਾ ਫੈਲਣ ਲੱਗਾ ਆ। ਅੰਮ੍ਰਿਤਸਰ ਦੇ ਵਿੱਚ ਇੱਕ ਔਰਤ ਦੀ ਮੌਤ ਹੋਈ ਆ, ਜਲੰਧਰ ਦੇ ਵਿੱਚ ਤਕਰੀਬਨ 10-12 ਕੇਸ ਨਵੇਂ ਲੱਭੇ ਆ। ਇਸੇ ਤਰ੍ਹਾਂ ਅੱਡ-ਅੱਡ ਸ਼ਹਿਰਾਂ ਦੇ ਵਿੱਚ, ਲੁਧਿਆਣਾ ਦੇ ਵਿੱਚ,
ਮੋਗਾ ਦੇ ਵਿੱਚ ਜਿਹੜੇ ਨਵੇਂ ਕੇਸ ਆਏ ਆ, ਹੋਰ ਵੀ ਪੰਜਾਬ ਦੇ ਸ਼ਹਿਰਾਂ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਜਿਹੜੀਆਂ ਉਹ ਆਈਆਂ, ਉਹਨਾਂ ਸਭ ਨੂੰ ਦੇਖ ਕੇ ਲੱਗਦਾ ਕਿ ਇਹ ਜਿਹੜਾ ਆ ਕਰੋਨਾ ਇੱਕ ਵਾਰੀ ਫਿਰ ਜ਼ੋਰ ਫੜਨ ਲੱਗਾ ਆ। ਅਤੇ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਕਹਿੰਦੇ ਰੱਖਿਆ ਸਿਹਤ ਮਾਹਰ ਆ, ਉਹ ਕਹਿ ਰਹੇ ਆ ਸਾਨੂੰ ਕਿ ਅਗਸਤ ਮਹੀਨਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਸਿਖਰ ਦਾ ਮਹੀਨਾ ਹੋਊਗਾ ਜੀ। ਯਾਨੀ ਕਿ ਇੰਨੇ ਕੇਸ ਜਿਹੜੇ ਇੱਥੇ ਹੋਣਗੇ, ਇਸ ਕਰਕੇ ਪਹਿਲਾਂ ਬਚਾਅ ਕਰਨ ਦੇ ਵਾਸਤੇ ਕਹਿੰਦੇ ਲੋਕਡਾਊਨ ਕਰਨਾ ਜਿਹੜਾ ਜ਼ਰੂਰੀ ਆ। ਹਾਲੇ ਪੂਰੇ ਵੇਰਵੇ ਜਿਹੜੇ ਆ ਉਹ ਹੋਰ ਖਬਰਾਂ ਦੇ ਵਿੱਚ ਆ ਜਾਣਗੇ ਕਿ ਕਿਵੇਂ ਕਿਵੇਂ ਹੋਣਾ ਆ। ਇੱਕ ਤਾਂ ਉਹ ਕਹਿੰਦੇ ਵੀ ਐਪ ਡਾਊਨਲੋਡ ਕਰ ਲਓ, ਜਿਹੜੀ ਕੋਵਾ ਐਪ ਹੈਗੀ ਆ, ਉਹਦੇ ਜ਼ਰੀਏ ਤੁਸੀਂ ਵੀ ਪਾਸ ਜਿਹੜਾ ਆ ਆਪਣਾ ਇਲੈਕਟ੍ਰੋਨਿਕ ਪਾਸ ਹੈਗਾ ਉਹ ਕੱਢ ਸਕਦੇ ਆ ਜੇ ਕਿਸੇ ਨੂੰ ਲੋੜ ਆ। ਪਰ ਵੀਕਐਂਡਸ ਦੇ ਉੱਤੇ ਅਤੇ ਛੁੱਟੀਆਂ ਵਾਲੇ ਦਿਨਾਂ ਵਿੱਚ ਜਿਹੜੀ ਆ ਪਾਬੰਦੀ ਵਧਾਈ ਜਾ ਸਕਦੀ ਹੈ ਅਤੇ ਰੈਗੂਲਰ ਲੋਕਡਾਊਨ ਜਿਹੜਾ ਆ ਉਹਦੇ ਲਈ ਵੀ ਤਿਆਰ ਹੋ ਜਾਓ। ਕਹਿੰਦੇ ਵੀ ਕਿਸੇ ਵੇਲੇ ਵੀ ਲਾਇਆ ਜਾ ਸਕਦਾ ਆ, ਕਿਉਂਕਿ ਪੰਜਾਬ ਦੇ ਵਿੱਚ ਕਰੋਨਾ ਫਿਰ ਆ ਸਕਦਾ ਜੀ। ਗੁਰਪ੍ਰੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ, ਮਿਹਰਬਾਨੀ ਜੀ। ਸਕਾਂ ਜੀ, ਇੱਕ ਵਾਰੀ ਫਿਰ ਤੁਹਾਨੂੰ ਸਤਿ ਸ਼੍ਰੀ ਅਕਾਲ, ਅਤੇ ਨਾਲ ਹੀ ਧੰਨਵਾਦ ਤੁਹਾਡਾ ਬਹੁਤ ਬਹੁਤ, ਨਾਲ ਹੀ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਅਗਲੇ ਹਫ਼ਤੇ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ, ਕੁਝ ਖਬਰਾਂ ਤੇ ਸ਼ੁਦਾ ਗੁਰਪ੍ਰੀਤ ਸਿੰਘ ਸੋਤਾ ਹੋਣਾ ਦਾ ਤਬਸਰਾ। ਅਲਵਿਦਾ ਦੋਸਤੋ। The Sahora and Sahora Show is brought to you by Mahindra Jewelers. ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ